ਆਓ ਸੁਣਦੇ ਹਾਂ ਸੁਰਜੀਤ ਦੀ ਕਹਾਣੀ ਸੁਰਖ ਸਵੇਰ। ਪਾਰਕਿੰਸਨ ਮਾਇਨੇ ਖਤਮ ਕਹਾਣੀ। ਪਾਰਕਿੰਸਨ। ਸਿਮੋਨ ਹੌਲੀ ਹੌਲੀ ਤੁਰਦੀ ਪਾਰਕਿੰਸਨ ਬੁੜਬੁੜਾਉਂਦੀ ਬੱਸ ਸਟਾਪ ਵੱਲ ਵੱਧ ਰਹੀ ਸੀ। ਬੱਸ ਸਟਾਪ ਤੇ ਪਹੁੰਚ ਕੇ ਉਹ ਇੱਕ ਬੈਂਚ ਤੇ ਬੈਠ ਕੇ ਆਪਣੀ ਬੱਸ ਦਾ ਇੰਤਜ਼ਾਰ ਕਰਨ ਲੱਗੀ। ਸੜਕ ਤੇ ਭਾਂਤ ਦੇ ਵਾਹਨ ਦੌੜ ਰਹੇ ਸਨ। ਫੁੱਟਪਾਥ ਤੇ ਇੱਕਾ ਦੁੱਕਾ ਲੋਕ ਪੈਦਲ ਚੱਲ ਰਹੇ ਸਨ। ਉਹ ਸੋਚਾਂ ਦੇ ਵਹਿਣ ਵਿੱਚ ਡੁੱਬ ਗਈ। ਇਹ ਸ਼ਹਿਰ ਵੀ ਮੇਰੇ ਵਾਂਗ ਬਿਮਾਰ ਲੱਗਦਾ ਹੈ। ਕਿਵੇਂ ਭੱਜ ਰਿਹਾ ਹੈ, ਕਿੱਥੇ ਨੂੰ ਜਾ ਰਿਹਾ ਹੈ, ਕੀ ਲੱਭ ਰਿਹਾ ਹੈ? ਕੋਈ ਹਸਪਤਾਲ? ਉਸਨੇ ਆਪਣੇ ਸਿਰ ਨੂੰ ਝਟਕਾ ਦਿੱਤਾ। ਹਾਏ, ਇਹ ਨੈਗੇਟਿਵ ਸੋਚਾਂ, ਇਹ ਵੀ ਪਤਾ ਨਹੀਂ ਕਿੱਥੋਂ ਆ ਘੇਰਦੀਆਂ ਨੇ ਮੈਨੂੰ। ਡਿਲੀਟ ਕਹਿ ਉਹਨੇ ਨੈਗੇਟਿਵ ਸੋਚਾਂ ਨੂੰ ਡਿਲੀਟ ਕਰ ਦਿੱਤਾ। ਸਿਮੋਨ ਨੇ ਹੱਥ ਤੇ ਲਾਈ ਆਪਣੀ ਗੁੱਚੀ ਦੀ ਘੜੀ ਵੱਲ ਵੇਖਿਆ। ਉਸਦੀ ਆਊਟਰੀਚ ਵੈਨ ਆਉਣ ਹੀ ਵਾਲੀ ਸੀ। ਆਪਣੇ ਹੱਥ ਵਿੱਚ ਫੜੇ ਵੱਡੇ ਸਾਰੇ ਪਰਸ ਨੂੰ ਟੋਇਆ ਕਿ ਕਿਧਰੇ ਉਹ ਕਲੀਨਿਕ ਵਿੱਚ ਹੀ ਨਾ ਭੁੱਲ ਆਈ ਹੋਵੇ। ਆਪਣੀ ਸਟਿੱਕ ਨੂੰ ਹੱਥ ਵਿੱਚ ਫੜ ਲਿਆ ਅਤੇ ਸੜਕ ਵੱਲ ਨਜ਼ਰ ਟਿਕਾ ਦਿੱਤੀ। ਉਸਦੇ ਨੇੜੇ ਆਪਣੀ ਵੀਲ ਚੇਅਰ ਤੇ ਬੈਠਾ ਇੱਕ ਆਦਮੀ ਉਸ ਵੱਲ ਵੇਖ ਕੇ ਮੁਸਕਰਾਇਆ। ਸਿਮੋਨ ਨੇ ਆਉਂਦੀ ਬੱਸ ਵੱਲ ਇਸ਼ਾਰਾ ਕਰਕੇ ਉਸਨੂੰ ਸੁਚੇਤ ਕੀਤਾ। ਬੱਸ ਉਹਨਾਂ ਦੇ ਸਾਹਮਣੇ ਆ ਕੇ ਖੜੋ ਗਈ। ਡਰਾਈਵਰ ਨੇ ਸਿਮੋਨ ਦਾ ਹੱਥ ਫੜ ਕੇ ਉਸਨੂੰ ਅੰਦਰ ਬਿਠਾਇਆ। ਫਿਰ ਉਸਨੇ ਬੱਸ ਦੀਆਂ ਪੌੜੀਆਂ ਨੂੰ ਇੱਕ ਫੱਟੇ ਜਿਹੇ ਵਾਂਗ ਬਣਾ ਦਿੱਤਾ ਤੇ ਦੂਜੇ ਬੰਦੇ ਦੀ ਵੀਲ ਚੇਅਰ ਨੂੰ ਚੁੱਕ ਕੇ ਅੰਦਰ ਰੱਖ ਲਿਆ। ਉਹਨਾਂ ਦੋਨਾਂ ਨੇ ਡਰਾਈਵਰ ਦਾ ਧੰਨਵਾਦ ਕੀਤਾ ਅਤੇ ਅੰਦਰ ਟਿਕ ਕੇ ਬੈਠ ਗਏ। ਦ ਸਿਲਵਾ ਸਿਸਟਮ ਵਿੱਚ ਪੜ੍ਹੀ ਗੱਲ ਸਿਮੋਨ ਨੂੰ ਬਾਰ-ਬਾਰ ਯਾਦ ਆ ਰਹੀ ਸੀ ਕਿ ਤੁਸੀਂ ਰੋਜ਼ ਐਸੀਆਂ 10 ਰਹਿਮਤਾਂ ਲਈ ਕੁਦਰਤ ਦਾ ਧੰਨਵਾਦ ਕਰੋ ਜੋ ਤੁਹਾਡੇ ਕੋਲ ਮੌਜੂਦ ਹਨ। ਸਿਮੋਨ ਨੇ ਅਮਰੀਕਾ ਵਿੱਚ ਬਜ਼ੁਰਗਾਂ ਦੀ ਸਹੂਲਤ ਲਈ ਮਿਲੀ ਇਸ ਆਊਟਰੀਚ ਦਾ ਧੰਨਵਾਦ ਕੀਤਾ। ਡਰਾਈਵਰ ਵੱਲੋਂ ਮਿਲੀ ਸਹਾਇਤਾ ਦਾ ਧੰਨਵਾਦ ਕੀਤਾ। ਹੌਲੀ-ਹੌਲੀ ਸੋਚ ਕੇ ਉਹ ਵਾਰੋ-ਵਾਰੀ ਕੁਦਰਤ ਦੀਆਂ ਰਹਿਮਤਾਂ ਦਾ ਧੰਨਵਾਦ ਕਰ ਰਹੀ ਸੀ ਕਿ ਅਚਾਨਕ ਪਾਰਕਿੰਸਨ ਸ਼ਬਦ ਉਸਦੇ ਗਲੇ ਵਿੱਚ ਅਟਕ ਗਿਆ। ਉਸਦੇ ਦਿਲ ਵਿੱਚ ਇੱਕ ਸੂਲ ਜਿਹੀ ਚੁੱਭੀ। ਬਹੁਤ ਵੱਡਾ ਸਵਾਲ ਸਿਮੋਨ ਸਾਹਮਣੇ ਸੀ। ਕੰਬਦੇ ਹੱਥ, ਹਿੱਲਦਾ ਸਿਰ, ਡੋਲਦਾ ਜਿਸਮ। ਹਾਏ, ਉਹ ਇੰਜ ਕਿਵੇਂ ਜੀਵੇਗੀ? ਕੀ ਇਹ ਹੋਵੇਗਾ ਉਸਦਾ ਭਵਿੱਖ? ਕੀ ਕਰੇਗੀ ਉਹ ਜੀ ਕੇ ਹੁਣ? ਅਚਾਨਕ ਕੋਲ ਬੈਠੇ ਵੀਲ ਚੇਅਰ ਵਾਲੇ ਸ਼ਖਸ ਵੱਲ ਨਜ਼ਰ ਗਈ। ਉਸਦੇ ਹੱਥ ਹੀ ਨਹੀਂ ਸਨ, ਪਰ ਉਹ ਪੂਰਾ ਖੁਸ਼ ਨਜ਼ਰ ਆ ਰਿਹਾ ਸੀ। ਸਿਮੋਨ ਨੇ ਆਪਣੇ ਹੱਥਾਂ ਵੱਲ ਵੇਖਿਆ ਤੇ ਕੁਦਰਤ ਅੱਗੇ ਸਿਰ ਝੁਕਾ ਦਿੱਤਾ। ਉਹਦੇ ਇਹਨਾਂ ਖਿਆਲਾਂ ਨੂੰ ਉਦੋਂ ਜ਼ੋਰ ਦਾ ਝਟਕਾ ਵੱਜਾ ਜਦੋਂ ਡਰਾਈਵਰ ਨੇ ਬੱਸ ਉਸਦੇ ਘਰ ਦੇ ਸਾਹਮਣੇ ਰੋਕੀ। ਉਹ ਬੜੇ ਇਹਤਿਆਤ ਨਾਲ ਸਿਮੋਨ ਦਾ ਹੱਥ ਫੜ ਕੇ ਉਸਨੂੰ ਉਸਦੇ ਘਰ ਦੇ ਬੂਹੇ ਅੱਗੇ ਛੱਡ ਆਇਆ। ਸਿਮੋਨ ਨੇ ਕੰਬਦੇ ਹੱਥਾਂ ਨਾਲ ਪਰਸ ਵਿੱਚੋਂ ਚਾਬੀ ਕੱਢੀ ਅਤੇ ਹੌਲੀ-ਹੌਲੀ ਤਾਲਾ ਖੋਲ੍ਹਿਆ। ਬੂਹੇ ਵੜਦਿਆਂ ਹੀ ਅਲਾਰਮ ਸਿਸਟਮ ਆਫ ਕੀਤਾ। ਭਾਂ ਕਰਦੇ ਆਲੀਸ਼ਾਨ ਘਰ ਵਿੱਚ ਦਾਖਲ ਹੋਈ। ਉਹ ਬਹੁਤ ਥੱਕੀ ਮਹਿਸੂਸ ਕਰ ਰਹੀ ਸੀ। ਵੱਡੀ ਸਾਰੀ ਸ਼ੀਸ਼ੇ ਵਾਲੀ ਬਾਰੀ ਕੋਲ ਸੋਫਾ ਕੁਰਸੀ ਪਈ ਸੀ ਤੇ ਇਸ ਤੇ ਉਸਦਾ ਥਰੋ ਲਟਕ ਰਿਹਾ ਸੀ। ਉਸਨੇ ਬਾਰੀ ਵਿੱਚ ਪਰਸ ਰੱਖਿਆ ਅਤੇ ਸੋਫੇ ਨਾਲ ਢੋਅ ਲਗਾ ਕੇ ਉੱਪਰ ਨੇਵੀ ਬਲੂ ਰੰਗ ਦਾ ਉਹੀ ਥਰੋ ਲੈ ਲਿਆ। ਪਤਾ ਹੀ ਨਾ ਲੱਗਾ ਕਦੋਂ ਝਪਕੀ ਜਿਹੀ ਆ ਗਈ। ਥੋੜੀ ਦੇਰ ਬਾਅਦ ਅੱਖ ਖੁੱਲੀ ਤਾਂ ਮੂੰਹ ਪਿਆਸ ਨਾਲ ਸੁੱਕਿਆ ਪਿਆ ਸੀ। ਕੁਝ ਦੇਰ ਆਰਾਮ ਕਰਨ ਤੋਂ ਬਾਅਦ ਉਹ ਕੁਰਸੀ ਤੋਂ ਉੱਠੀ ਅਤੇ ਆਪਣੇ ਲਈ ਰਾਖਵੇਂ ਰੱਖੇ ਚਾਂਦੀ ਦੇ ਗਲਾਸ ਵਿੱਚ ਪਾਣੀ ਪੀਣ ਲੱਗੀ। ਖਾਲੀ ਗਲਾਸ ਨੂੰ ਉਸਨੇ ਹੱਥਾਂ ਵਿੱਚ ਘੁਮਾਇਆ ਜਿਵੇਂ ਲਾਡ ਕਰ ਰਹੀ ਹੋਵੇ। ਇੱਕ ਹੌਕਾ ਲਿਆ ਤੇ ਸੋਚਣ ਲੱਗੀ ਕਿ ਇਹੀ ਇੱਕ ਨਿਸ਼ਾਨੀ ਰਹਿ ਗਈ ਏ ਕਰਨ ਦੇ ਬਚਪਨ ਦੀ। ਉਸਦੇ ਜਨਮ ਤੇ ਦਾਰਜੀ ਤੇ ਬੀਜੀ ਛੂਛਕੜੇ ਵਿੱਚ ਲੈ ਕੇ ਆਏ ਸਨ। ਕਿੰਨੇ ਖੁਸ਼ ਸਨ ਉਹ ਆਪਣੇ ਪਲੇਠੇ ਦੋਤੇ ਨੂੰ ਵੇਖ ਕੇ। ਖਿਡੌਣਿਆਂ ਨਾਲ ਕਮਰਾ ਭਰ ਦਿੱਤਾ ਸੀ। ਕਰਨ ਤੋਂ ਬਾਅਦ ਫਿਰ ਮਿੰਨੀ ਆਈ। ਦੋਹਾਂ ਬੱਚਿਆਂ ਨੇ ਬਚਪਨ ਵਿੱਚ ਇਸੇ ਗਲਾਸ ਨਾਲ ਪਾਣੀ ਪੀਤਾ।
ਸਿਮੋਨ ਨੂੰ ਅਤੀਤ ਦੀਆਂ ਯਾਦਾਂ ਨੇ ਘੇਰ ਲਿਆ। ਖੁਸ਼ੀਆਂ ਨਾਲ ਭਰਿਆ ਘਰ, ਸਰਦਾਰ ਜੀ, ਵੱਡੇ ਸਰਕਾਰੀ ਅਫਸਰ ਤੇ ਆਪ ਉਹ ਸਕੂਲ ਦੀ ਪ੍ਰਿੰਸੀਪਲ ਲੱਗੀ ਹੋਈ ਸੀ। ਉਹ ਵੀ ਦਿਨ ਸਨ ਜਦੋਂ ਦਫ਼ਤਰੋਂ ਘਰ ਆਉਣਾ ਤੇ ਬਾਈ ਨੇ ਉਹਦੇ ਹੱਥੋਂ ਕਿਤਾਬਾਂ ਤੇ ਪਰਸ ਫੜ ਕੇ ਪਾਣੀ ਦਾ ਗਿਲਾਸ ਉਹਨੂੰ ਦੇਖ ਕੇ ਆਖਣਾ, ਲੀਜੀਏ ਬੀਬੀ ਜੀ, ਪਾਣੀ ਪੀਜੀਏ। ਸਿਮੋਨ ਕੰਬਦੇ ਹੱਥਾਂ ਨਾਲ ਚਾਂਦੀ ਦਾ ਗਿਲਾਸ ਲੈ ਕੇ ਫੇਰ ਸੋਫੇ ਤੇ ਬੈਠ ਗਈ। ਸਜਿਆ ਸੰਵਰਿਆ ਇਹ ਖਾਲੀ ਘਰ ਤੇ ਕਿੱਥੇ ਉਸ ਸਧਾਰਨ ਕੋਠੀ ਦੀ ਗਹਿਮਾ ਗਹਿਮੀ। ਇੱਕ ਆਇਆ, ਇੱਕ ਚਲਾ ਗਿਆ। ਉੱਤੋਂ ਦੋਨਾਂ ਬੱਚਿਆਂ ਦਾ ਆਪਸੀ ਤਕਰਾਰ ਅਤੇ ਖੇਡਾਂ। ਉਹ ਸੋਚਣ ਲੱਗੀ, ਚਲੋ ਉਹ ਸਮਾਂ ਗੁਜ਼ਰ ਗਿਆ ਤੇ ਹੁਣ ਇਹ ਵੀ ਚੰਗਾ ਹੀ ਗੁਜ਼ਰ ਰਿਹਾ ਏ। ਉਫ, ਮੈਂ ਹੋਰ ਨਹੀਂ ਸੋਚਣਾ ਆਪਣੀ ਇਕੱਲਤਾ ਬਾਰੇ। ਤੇ ਉਸਨੇ ਅੱਖਾਂ ਬੰਦ ਕਰ ਲਈਆਂ। ਹੁਣ ਡਾਕਟਰ ਦੇ ਕਲੀਨਿਕ ਵਾਲਾ ਸੀਨ ਉਸਦੀਆਂ ਅੱਖਾਂ ਮੂਹਰੇ ਘੁੰਮਣ ਲੱਗਾ। ਯੈਸ ਮਿਸ ਸਿਮੋਨ, ਯੂ ਹੈਵ ਪਾਰਕਿੰਸਨ, ਡਾਕਟਰ ਦੱਸ ਰਿਹਾ ਸੀ। ਸਿਮੋਨ ਨੇ ਡਾਕਟਰ ਵੱਲ ਇੱਕ ਸਵਾਲੀਆ ਨਜ਼ਰ ਨਾਲ ਤੱਕਿਆ। ਉਸਦੇ ਝੁਰੜੀਆਂ ਭਰੇ ਚਿਹਰੇ ਤੇ ਇੱਕ ਭੋਲੀ ਜਿਹੀ ਮੁਸਕਾਨ ਫੈਲ ਗਈ। ਉਸਨੇ ਚੌਪੜ ਕੇ ਵਾਹੇ ਆਪਣੇ ਕਰੜ ਬਰੜੇ ਵਾਲਾਂ ਵਾਲਾ ਸਿਰ ਹਿਲਾਇਆ। ਅੱਖਾਂ ਤੇ ਲੱਗੇ ਚਸ਼ਮੇ ਦੇ ਬਾਵਜੂਦ ਡਾਕਟਰ ਨੇ ਉਸਦੀਆਂ ਅੱਖਾਂ ਵਿੱਚ ਆਈ ਨਮੀ ਨੂੰ ਤਾੜ ਲਿਆ। ਮਿਸ ਸਿਮੋਨ, ਅਜੇ ਬਿਮਾਰੀ ਸ਼ੁਰੂ ਹੀ ਹੋਈ ਹੈ। ਦਵਾਈ ਖਾਓ ਤੇ ਆਪਣਾ ਧਿਆਨ ਰੱਖੋ। ਘਬਰਾਉਣ ਵਾਲੀ ਕੋਈ ਗੱਲ ਨਹੀਂ, ਠੀਕ ਹੋ ਜਾਓਗੇ। ਡਾਕਟਰ ਨੇ ਤਾਂ ਹੌਸਲਾ ਦੇ ਦਿੱਤਾ, ਪਰ ਸਿਮੋਨ ਅੰਦਰ ਤੱਕ ਝੰਜੋੜੀ ਗਈ। ਉਸਨੇ ਇੱਕ ਹੱਥ ਨਾਲ ਆਪਣੀ ਸਟਿੱਕ ਫੜਦਿਆਂ ਤੇ ਦੂਜੇ ਨਾਲ ਕੁਰਸੀ ਦੀ ਬਾਂਹ ਦਾ ਸਹਾਰਾ ਲੈ ਕੇ ਉੱਠਦਿਆਂ ਆਖਿਆ ਸੀ, ਓਕੇ ਡਾਕ, ਥੈਂਕਸ। ਬੋਚ ਕੇ ਪੈਰ ਧਰਦੀ ਆਪਣੇ ਮੋਢੇ ਤੇ ਲਏ ਪਸ਼ਮੀਨੇ ਦੇ ਕਰੀਮ ਸ਼ਾਲ ਨੂੰ ਸਵਾਰਦੀ ਉਹ ਕਮਰੇ ਦੇ ਦਰਵਾਜ਼ੇ ਵੱਲ ਨੂੰ ਵਧੀ। ਡਾਕਟਰ ਰੀਡ ਉਸਨੂੰ ਬਾਹਰ ਤੱਕ ਛੱਡਣ ਲਈ ਉਸਦੇ ਨਾਲ ਹੋ ਲਿਆ। ਡਾਕਟਰ ਨੇ ਸਿਮੋਨ ਦਾ ਹੱਥ ਫੜ ਕੇ ਹਲਕਾ ਜਿਹਾ ਚੁੰਮਿਆ ਤੇ ਕਿਹਾ, ਡੋਂਟ ਵਰੀ ਮਿਸ ਸਿਮੋਨ, ਨੋ ਆਈ ਵਿਲ ਨਾਟ, ਇਟਸ ਫਾਈਨ ਡਾਕ। ਉਹ ਹਲਕਾ ਜਿਹਾ ਹੱਸੀ ਅਤੇ ਡਾਕਟਰ ਰੀਡ ਨੂੰ ਪਿਛਾਂਹ ਛੱਡ ਅੱਗੇ ਵਧ ਗਈ। ਉਹ ਲਗਾਤਾਰ ਮੂੰਹ ਵਿੱਚ ਬੁੜਬੁੜਾਉਂਦੀ ਬਾਹਰ ਨਿਕਲੀ, ਪਾਰਕਿੰਸਨ, ਪਾਰਕਿੰਸਨ। ਉਸਨੇ ਤਰਬਕ ਕੇ ਅੱਖਾਂ ਖੋਲ ਲਈਆਂ। ਉਹ ਸੋਚਣ ਲੱਗੀ, ਮੈਂ ਇਸ ਬਿਮਾਰੀ ਬਾਰੇ ਸੋਚਾਂਗੀ ਨਹੀਂ। ਰੋਜ਼ ਪੋਜ਼ਿਟਿਵ ਵਾਈਬਸ ਦੇ ਕੇ ਇਸ ਨੂੰ ਇੱਥੇ ਹੀ ਰੋਕ ਦਿਆਂਗੀ। ਪਰ ਦੂਜੇ ਹੀ ਪਲ ਸੋਚਣ ਲੱਗੀ, ਤਰ ਵਾਂਗ ਅੱਖਾਂ ਮੀਟ ਕੇ ਇਸ ਬਿਮਾਰੀ ਤੋਂ ਬਚ ਤਾਂ ਨਹੀਂ ਸਕਦੀ ਨਾ। ਇਸ ਪਾਰਕਿੰਸਨ ਦਾ ਕੀ ਕੀਤਾ ਜਾਵੇ? ਉਸਨੂੰ ਦ ਸੀਕ੍ਰੇਟ ਦਾ ਲਾਅ ਆਫ ਅਟਰੈਕਸ਼ਨ ਯਾਦ ਆਇਆ। ਉਸ ਵਿੱਚ ਲਿਖਿਆ ਹੋਇਆ ਹੈ ਕਿ ਜੇ ਤੁਸੀਂ ਪੋਜ਼ਿਟਿਵ ਸੋਚੋਗੇ ਤਾਂ ਤੁਹਾਡੇ ਨਾਲ ਪੋਜ਼ਿਟਿਵ ਹੀ ਹੋਵੇਗਾ। ਉਹ ਤੁਰੰਤ ਸੋਚਣ ਲੱਗੀ ਕਿ ਮੈਨੂੰ ਕੁਝ ਨਹੀਂ ਹੋਇਆ, ਮੈਂ ਚੰਗੀ ਭਲੀ ਤਾਂ ਹਾਂ, ਮੈਨੂੰ ਕੋਈ ਪਾਰਕਿੰਸਨ ਨਹੀਂ, ਮੈਂ ਠੀਕ ਹਾਂ। ਉਸਨੇ ਸੁਣਿਆ ਹੋਇਆ ਸੀ ਕਿ ਦਿਮਾਗ ਨੂੰ ਜਿਹੜਾ ਸੁਨੇਹਾ ਬਾਰ-ਬਾਰ ਭੇਜਿਆ ਜਾਵੇ ਉਹ ਉਹੀ ਸਰੀਰ ਨੂੰ ਭੇਜਦਾ ਹੈ। ਸੋ ਉਹਨੇ ਕਹਿਣਾ ਸ਼ੁਰੂ ਕੀਤਾ, ਮੈਂ ਠੀਕ ਹਾਂ, ਮੈਂ ਬਿਲਕੁਲ ਤੰਦਰੁਸਤ ਹਾਂ। ਉਹ ਆਪਣੇ ਅਚੇਤ ਮਨ ਨੂੰ ਇਹ ਸੁਨੇਹਾ ਦੇਣ ਵਿੱਚ ਰੁੱਝ ਗਈ। ਸੋਚਾਂ ਦੇ ਘੇਰੇ ਵਿੱਚ ਘਿਰੀ ਨੂੰ ਕਦੋਂ ਸੂਰਜ ਡੁੱਬ ਗਿਆ ਪਤਾ ਹੀ ਨਾ ਲੱਗਾ। ਉਹ ਆਪਣੀ ਬਾਰੀ ਵਿੱਚੋਂ ਦੂਰ ਤੱਕ ਫੈਲੀਆਂ ਮਿਸ਼ਨ ਹਿਲਸ ਉੱਪਰ ਰੰਗ ਬਿਰੰਗੇ ਬੱਦਲਾਂ ਵਿੱਚ ਘਿਰੇ ਢਲਦੇ ਸੂਰਜ ਨੂੰ ਇੱਕ ਟੱਕ ਵੇਖਦੀ ਰਹੀ। ਫਿਰ ਮਨ ਹੀ ਮਨ ਜਿਵੇਂ ਉਸ ਨਾਲ ਗੱਲਾਂ ਕਰਨ ਲੱਗੀ, ਅੱਜ ਤੂੰ ਵੀ ਕੁਝ ਉਦਾਸ ਲੱਗਦਾ ਏ। ਤੂੰ ਇਕੱਲਾ ਨਹੀਂ, ਮੈਂ ਵੀ ਤੇਰੇ ਨਾਲ ਹਾਂ। ਤੂੰ ਤੇ ਰਾਤ ਭਰ ਲਈ ਚਲਾ ਜਾਣਾ ਏ ਤੇ ਮੁੜ ਸਵੇਰੇ ਆਉਣਾ ਏ, ਪਰ ਮੈਂ ਤਾਂ ਬਸ ਇੱਥੇ ਹੀ ਪਤਾ ਨਹੀਂ ਹੋਰ ਕਿੰਨੇ ਦਿਨਾਂ ਦੀ ਪਰਾਹੁਣੀ ਹਾਂ। ਹੁਣ ਤਾਂ ਬਸ ਰੱਬ ਚੁੱਕ ਹੀ ਲਵੇ। ਕੀ ਫਾਇਦਾ ਇਸ ਅਰਥਹੀਣ ਅਸਤਿਤਵ ਦਾ? ਕੀ ਲੈਣਾ ਹੋਰ ਜੀ ਕੇ? ਫੇਰ ਸਿਮੋਨ ਨੂੰ ਥੋੜੀ ਭੁੱਖ ਮਹਿਸੂਸ ਹੋਈ। ਉਸ ਕੋਲ ਕਿਚਨ ਵਿੱਚ ਜਾ ਕੇ ਕੁਝ ਬਣਾਉਣ ਦੀ ਬਿਲਕੁਲ ਹਿੰਮਤ ਨਹੀਂ ਸੀ। ਬੱਤੀ ਬਾਲਣ ਲਈ ਵੀ ਉਸ ਤੋਂ ਉੱਠ ਨਹੀਂ ਸੀ ਹੋ ਰਿਹਾ। ਬਸ ਬੈਠੀ ਉੱਠਣ ਬਾਰੇ ਸੋਚਦੀ ਰਹੀ। ਅਚਾਨਕ ਬੂਹਾ ਖੁੱਲਿਆ ਤੇ ਉਸਦਾ ਬੇਟਾ ਕਰਨ
ਤੇ ਉਸਦੀ ਪਤਨੀ ਜੈਸਮੀਨ ਅੰਦਰ ਆਈ। ਕਰਨ ਨੇ ਕਿਹਾ, ਹਾਏ ਮਾਮ, ਬੱਤੀ ਨਹੀਂ ਬਾਲੀ, ਹਨੇਰੇ 'ਚ ਕਿਉਂ ਬੈਠੇ ਹੋ? ਸਿਮੋਨ ਇੱਕਦਮ ਚਹਿਕ ਪਈ। ਕੁਝ ਨਹੀਂ ਬੇਟਾ, ਜ਼ਰਾ ਥੱਕ ਗਈ ਸੀ, ਬੱਤੀ ਹੀ ਬਾਲਣ ਲਈ ਉੱਠਣ ਲੱਗੀ ਸੀ, ਹੁਣੇ ਆ ਗਏ ਤੁਸੀਂ? ਉਹ ਉੱਠਣ ਦੀ ਕੋਸ਼ਿਸ਼ ਕਰਨ ਲੱਗੀ। ਕਰਨ ਨੇ ਮਾਂ ਨੂੰ ਜੱਫੀ ਪਾਈ ਤੇ ਪੁੱਛਣ ਲੱਗਾ, ਅੱਜ ਡਾਕਟਰ ਦੇ ਗਏ ਸੀ, ਕੀ ਕਿਹਾ ਉਸਨੇ? ਪਾਰਕਿੰਸਨ ਬਾਰੇ ਦੱਸਣ ਲੱਗੀ ਹੀ ਸੀ ਕਿ ਇੱਕਦਮ ਸੰਭਲ ਗਈ ਤੇ ਹੱਸ ਕੇ ਬੋਲੀ, ਕੁਝ ਨਹੀਂ, ਸਭ ਨਾਰਮਲ ਹੈ। ਉਹ ਗੱਲ ਕਰਨ ਨਾਲ ਕਰੇ, ਪਰ ਉਸਦੀਆਂ ਅੱਖਾਂ ਜੈਸਮੀਨ ਦਾ ਪਿੱਛਾ ਕਰਨ, ਜੋ ਉਸਨੂੰ ਬਿਨਾਂ ਬੁਲਾਇਆ ਹੀ ਲੰਘ ਗਈ ਸੀ। ਕਰਨ ਨੂੰ ਪਤਾ ਸੀ ਕਿ ਮਾਂ ਉੱਧਰ ਨੂੰ ਕਿਉਂ ਵੇਖ ਰਹੀ ਹੈ। ਉਸਨੇ ਹੱਸ ਕੇ ਕਿਹਾ, ਮਾਮ, ਜੈਸਮੀਨ ਕਾਹਲੀ ਵਿੱਚ ਹੈ, ਅਸੀਂ ਡਿਨਰ ਤੇ ਜਾਣਾ ਹੈ ਤੇ ਉਹ ਤਿਆਰ ਹੋਣ ਲਈ ਗਈ ਹੈ। ਹਾਂ ਮਾਮ, ਤੁਸੀਂ ਪਲੀਜ਼ ਆਪੇ ਡਿਨਰ ਕਰ ਲੈਣਾ, ਅੱਜ ਵੀ ਫ੍ਰਿਜ ਵਿੱਚ ਕਾਫੀ ਕੁਝ ਪਿਆ। ਕੋਈ ਨਹੀਂ ਮੇਰੇ ਬੱਚੇ, ਖੁਸ਼ ਰਹੋ, ਫਿਕਰ ਨਾ ਕਰੋ, ਮੈਂ ਆਪੇ ਖਾ ਲਵਾਂਗੀ। ਜੈਸਮੀਨ ਸਫੈਦ ਨਾਈਟ ਗਾਊਨ ਵਿੱਚ ਸਜੀ ਧਜੀ ਕਮਰੇ 'ਚੋਂ ਬਾਹਰ ਨਿਕਲੀ। ਸਿਮੋਨ ਤੋਂ ਰਿਹਾ ਨਾ ਗਿਆ। ਯੂ ਲੁੱਕ ਗੌਰਜੀਅਸ ਜੈਸਮੀਨ। ਓ ਥੈਂਕਸ। ਜੈਸਮੀਨ ਸਿਮੋਨ ਵੱਲ ਬਿਨਾਂ ਵੇਖਿਆਂ ਕਮਰੇ ਵਿੱਚ ਇੱਧਰ ਉੱਧਰ ਘੁੰਮ ਰਹੀ ਸੀ। ਜੈਸਮੀਨ, ਤੁਸੀਂ ਜਰਾ ਛੇਤੀ ਆ ਜਾਣਾ, ਮੈਨੂੰ ਇਕੱਲਿਆਂ ਡਰ ਲੱਗਣ ਲੱਗ ਜਾਂਦਾ ਹੈ। ਮਾਮ, ਤੁਸੀਂ ਇਹੀ ਗੱਲ ਆਪਣੇ ਪੁੱਤਰ ਨੂੰ ਕਿਉਂ ਨਹੀਂ ਕਹਿੰਦੇ? ਤੂੰ ਵੀ ਤਾਂ ਮੇਰੀ ਧੀ ਹੀ ਏ ਨਾ। ਨੋ, ਆਖਿਰ ਤਾਂ ਤੁਸੀਂ ਕਰਨ ਦੀ ਮਾਂ ਹੋ ਨਾ, ਮੇਰੀ ਨਹੀਂ। ਸਿਮੋਨ ਨੇ ਕਿਹਾ, ਪਰ ਮੈਂ ਤਾਂ ਤੈਨੂੰ ਧੀ ਬਣਾ ਕੇ ਲਿਆਂਦਾ ਸੀ। ਬਟ ਰਿਐਲਿਟੀ ਇਜ਼ ਆਈ ਐਮ ਨਾਟ ਯੋਰ ਡਾਟਰ। ਜੈਸਮੀਨ ਜਦੋਂ ਦੀ ਇਸ ਘਰ ਵਿੱਚ ਆਈ ਸੀ, ਸਿਮੋਨ ਨਾਲ ਇਹੋ ਜਿਹਾ ਹੀ ਵਰਤਾਓ ਕਰਦੀ ਸੀ। ਉਸਦੀ ਇਹ ਗੱਲ ਸੁਣ ਕੇ ਸਿਮੋਨ ਦੇ ਕੰਨਾਂ ਵਿੱਚੋਂ ਧੂੰਆਂ ਨਿਕਲਣ ਲੱਗ ਪਿਆ। ਇਹ ਬੋਲ ਉਸਦੇ ਸਿਰ ਚੜ੍ਹ ਕੇ ਬੋਲਦੇ ਰਹੇ। ਉਹ ਸੋਚਣ ਲੱਗੀ, ਇਹ ਗੱਲ ਪਾਰਕਿੰਸਨ ਵਾਲੀ ਗੱਲ ਨਾਲੋਂ ਵੱਡੀ ਸੀ ਜਾਂ ਛੋਟੀ? ਹੌਲੀ ਹੌਲੀ ਉਸਨੇ ਮਨ ਨੂੰ ਸਹਿਜ ਕੀਤਾ ਤੇ ਆਪਣੇ ਆਪ ਨੂੰ ਸਮਝਾਇਆ, ਜੈਸਮੀਨ ਅਜੇ ਅਣਜਾਣ ਏ, ਜੋ ਮਰਜ਼ੀ ਕਹੀ ਜਾਵੇ, ਮੈਂ ਤਾਂ ਫਿਰ ਵੀ ਉਹਨੂੰ ਧੀ ਹੀ ਸਮਝਾਂਗੀ, ਉਹ ਭਾਵੇਂ ਜੋ ਮਰਜ਼ੀ ਸੋਚੀ ਜਾਵੇ। ਦੋਨੋਂ ਬੱਚੇ ਤਿਆਰ ਹੋ ਕੇ ਬੂਹੇ ਕੋਲ ਆ ਗਏ। ਕਰਨ ਨੇ ਹੱਥ ਹਿਲਾਉਂਦਿਆਂ ਕਿਹਾ, ਓਕੇ ਮਾਮ, ਟੇਕ ਕੇਅਰ। ਓਕੇ ਬੇਟਾ, ਐਨਜੋਏ। ਦੋਵੇਂ ਅੱਗੜ ਪਿੱਛੜ ਬਾਹਰ ਨਿਕਲ ਗਏ। ਦਰਵਾਜ਼ਾ ਇਉਂ ਬੰਦ ਹੋਇਆ ਜਿਵੇਂ ਕਿਸੇ ਦਿਓ ਨੇ ਗੁਫਾ ਦਾ ਦਰਵਾਜ਼ਾ ਬੰਦ ਕੀਤਾ ਹੋਵੇ। ਖਾਮੋਸ਼ੀ ਪਸਰ ਗਈ ਅਤੇ ਉਹ ਇੱਕ ਵੇਰ ਫਿਰ ਤੋਂ ਦਿੱਲੀ ਵਾਲੇ ਘਰ ਦੀਆਂ ਯਾਦਾਂ ਵਿੱਚ ਗੁਆਚ ਗਈ। ਸ਼ਾਇਦ ਅੱਜ ਜੇ ਅਸੀਂ ਉੱਥੇ ਹੁੰਦੇ ਤਾਂ ਸਾਡੇ ਪੋਤਰੇ ਪੋਤਰੀਆਂ ਉਸ ਵਿੱਚ ਖੇਡਦੇ ਹੁੰਦੇ, ਘਰ 'ਚ ਰੌਣਕਾਂ ਹੁੰਦੀਆਂ ਤੇ ਸ਼ਾਇਦ ਸਰਦਾਰ ਜੀ ਵੀ ਸਾਨੂੰ ਛੱਡ ਕੇ ਨਾ ਜਾਂਦੇ। ਘਰ ਵਿੱਚ 2 ਬੱਚੇ, 2 ਕੰਮ ਕਰਨ ਵਾਲੇ ਤੇ ਹਰ ਵਕਤ ਦੀ ਚਹਿਲ ਪਹਿਲ। ਉਹ ਆਪ ਇੱਕ ਜ਼ਿੰਮੇਵਾਰ ਅਫਸਰ ਸਿਮਰਨਜੀਤ ਕੌਰ ਵਿਰਦੀ, ਵੱਡੇ ਵੱਡੇ ਸਮਾਗਮਾਂ ਦਾ ਪ੍ਰਬੰਧ ਕਰਦੀ, ਪ੍ਰਧਾਨ ਮੰਤਰੀ ਤੱਕ ਦੇ ਫੰਕਸ਼ਨ ਹੋਸਟ ਕਰਦੀ। ਵੇਲੇ ਦੀ ਪ੍ਰਸਿੱਧ ਲੇਖਕ ਅੰਮ੍ਰਿਤਪ੍ਰੀਤ ਕੌਰ ਉਸਦੀ ਗੂੜ੍ਹੀ ਦੋਸਤ। ਉਹ ਉਸ ਨਾਲ ਘੰਟਿਆਂ ਬੱਧੀ ਗੱਪਾਂ ਮਾਰਦੀ। ਖੁਸ਼ੀਆਂ ਭਰੇ ਇਸ ਘਰ ਵਿੱਚ ਇੱਕ ਦਿਨ ਕਰਨ ਅਮਰੀਕਾ ਤੋਂ ਆਈ ਇੱਕ ਚਿੱਠੀ ਲੈ ਕੇ ਦੌੜਾ ਦੌੜਾ ਅੰਦਰ ਆਇਆ। ਕਿਸ ਦੀ ਚਿੱਠੀ ਏ? ਮਾਂ ਨੇ ਪੁੱਛਿਆ। ਅਮਰੀਕਾ ਵਾਲੇ ਭੂਆ ਜੀ ਦੀ। ਉਹਨਾਂ ਲਿਖਿਆ, ਇਮੀਗ੍ਰੇਸ਼ਨ ਲਈ ਜੋ ਪੇਪਰ ਭਰੇ ਸਨ ਉਹਨਾਂ ਦੀ ਮਨਜ਼ੂਰੀ ਆ ਗਈ ਏ ਤੇ ਜਲਦੀ ਤੋਂ ਜਲਦੀ ਤਿਆਰੀ ਕਰਕੇ ਅਮਰੀਕਾ ਆ ਜਾਓ। ਚਿੱਠੀ ਨੇ ਘਰ ਵਿੱਚ ਹਲਚਲ ਮਚਾ ਦਿੱਤੀ। ਬੱਚੇ ਖੁਸ਼ੀ ਨਾਲ ਪਾਗਲ ਹੋਏ ਨੱਚ ਗਾ ਰਹੇ ਸਨ। ਓ ਅਸੀਂ ਅਮਰੀਕਾ ਚੱਲੇ, ਬੱਲੇ ਬੱਲੇ ਅਸੀਂ ਅਮਰੀਕਾ ਚੱਲੇ। ਸਾਰਿਆਂ ਦੇ ਮੂੰਹਾਂ ਤੇ ਰੌਣਕਾਂ ਆ ਗਈਆਂ। ਸਾਰੇ ਘਰ ਵਿੱਚ ਇੱਕ ਨਵਾਂ ਹੁਲਾਸ ਭਰ ਗਿਆ। ਅਮਰੀਕਾ ਦੇ ਵੀਜ਼ੇ ਸਾਹਮਣੇ ਸਭ ਕੁਝ ਫਿੱਕਾ ਫਿੱਕਾ ਜਾਪਦਾ ਸੀ। ਆਂਢ ਗੁਆਂਢ ਤੇ ਰਿਸ਼ਤੇਦਾਰ ਸਭ ਵਧਾਈਆਂ ਦੇ ਰਹੇ ਸਨ। ਸਿਮਰਨਜੀਤ ਦੀ ਨੌਕਰੀ ਦਾ ਸਵਾਲ ਪੈਦਾ ਹੋ ਗਿਆ। ਸਕੂਲ ਵਾਲਿਆਂ ਨੇ ਸ਼ਰਤ ਲਗਾ ਦਿੱਤੀ ਕਿ ਜਦੋਂ ਤੱਕ ਦੂਸਰਾ ਪ੍ਰਿੰਸੀਪਲ ਨਹੀਂ ਮਿਲਦਾ ਉਹ ਨੌਕਰੀ ਛੱਡ ਕੇ ਨਹੀਂ ਜਾ ਸਕਦੀ ਸੀ। ਵਿਰਦੀ ਸਾਹਿਬ ਨੇ ਫੈਸਲਾ ਕਰ ਲਿਆ ਕਿ ਕਰਨ ਤੇ ਉਹ ਪਹਿਲਾਂ ਚਲੇ ਜਾਣਗੇ
ਅਤੇ ਸਿਮਰਨਜੀਤ ਮਿੰਨੀ ਨੂੰ ਲੈ ਕੇ ਬਾਅਦ ਵਿੱਚ ਆ ਜਾਵੇਗੀ। ਵਿਰਦੀ ਸਾਹਿਬ ਕਰਨ ਨੂੰ ਲੈ ਕੇ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਯੂਬਾ ਸਿਟੀ ਵਿੱਚ ਰਹਿੰਦੀ ਆਪਣੀ ਭੈਣ ਰਾਜ ਕੌਰ ਦੇ ਘਰ ਰਹਿਣ ਲੱਗੇ। ਇੱਥੋਂ ਦੇ ਲੋਕ ਖੇਤੀ ਕਰਦੇ ਅਤੇ ਬਿਲਕੁਲ ਪੰਜਾਬ ਦੇ ਪਿੰਡਾਂ ਵਾਂਗ ਰਹਿੰਦੇ। ਬਥੇਰੀਆਂ ਟੱਕਰਾਂ ਮਾਰੀਆਂ ਪਰ ਉਹਨਾਂ ਨੂੰ ਆਪਣੇ ਪੱਧਰ ਦੀ ਨੌਕਰੀ ਨਾ ਮਿਲੀ। ਇੰਨੀ ਸੋਹਣੀ ਜ਼ਿੰਦਗੀ ਅਤੇ ਨੌਕਰੀ ਛੱਡ ਕੇ ਉਹ ਆਪਣੇ ਆਪ ਨੂੰ ਕਿਸੇ ਗਹਿਰੀ ਖੱਡ 'ਚ ਡਿੱਗੇ ਮਹਿਸੂਸ ਕਰ ਰਹੇ ਸਨ। ਪਰ ਮੁੰਡੇ ਦੇ ਚੰਗੇ ਭਵਿੱਖ ਲਈ ਉਹਨਾਂ ਨੇ ਕੰਮ ਲੱਭਣ ਦੀ ਕੋਸ਼ਿਸ਼ ਜਾਰੀ ਰੱਖੀ। ਕਰਨ ਉੱਥੋਂ ਦੇ ਹਾਈ ਸਕੂਲ ਵਿੱਚ 10ਵੀਂ ਜਮਾਤ ਵਿੱਚ ਪੜ੍ਹਨ ਲੱਗਾ। ਮਿੰਨੀ ਮਾਂ ਕੋਲ ਹੀ ਰਹੀ। ਵਿਰਦੀ ਸਾਹਿਬ ਕੰਮ ਲਈ ਭਟਕਦੇ ਰਹੇ ਪਰ ਉਹਨਾਂ ਦੇ ਤਜਰਬੇ ਅਨੁਸਾਰ ਕੋਈ ਕੰਮ ਨਾ ਮਿਲ ਸਕਿਆ। ਇੰਡੀਆ ਤੋਂ ਜੋ ਲੈ ਕੇ ਆਏ ਸਨ ਹੌਲੀ-ਹੌਲੀ ਖਤਮ ਹੋ ਗਿਆ। ਹੁਣ ਘਰ ਚਲਾਉਣ ਲਈ ਖੇਤਾਂ ਵਿੱਚ ਕੰਮ ਕਰਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਸੀ। 16 ਸਾਲਾਂ ਦਾ ਹੋ ਕੇ ਕਰਨ ਵੀ ਮੈਕਡੋਨਲਡ ਤੇ ਪਾਰਟ ਟਾਈਮ ਕੰਮ ਕਰਨ ਲੱਗ ਪਿਆ। ਇਸੇ ਤਰ੍ਹਾਂ 4 ਵਰ੍ਹੇ ਲੰਘ ਗਏ ਪਰ ਸਿਮਰਨਜੀਤ ਅਮਰੀਕਾ ਵਿੱਚ ਕੰਮ ਦੇ ਹਾਲਾਤ ਵੇਖ ਕੇ ਆਪਣੀ ਨੌਕਰੀ ਛੱਡਣ ਦਾ ਹੀਆ ਨਾ ਕਰ ਸਕੀ, ਨਾ ਹੀ ਵਿਰਦੀ ਸਾਹਿਬ ਵਾਪਸ ਜਾ ਸਕੇ। ਉਹ ਉੱਥੋਂ ਉਹਨਾਂ ਨੂੰ ਲੋੜ ਪੈਣ ਤੇ ਥੋੜ੍ਹੇ ਬਹੁਤ ਪੈਸੇ ਵੀ ਭੇਜ ਦਿੰਦੀ ਰਹੀ। ਉਹ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ ਪਿਓ ਪੁੱਤਰ ਥੋੜ੍ਹਾ ਜਿਹਾ ਸੈਟਲ ਹੋਣ ਤੇ ਕਦੋਂ ਉਹਨਾਂ ਦਾ ਸਾਰਾ ਪਰਿਵਾਰ ਮੁੜ ਇਕੱਠਾ ਹੋਵੇ। ਟੈਲੀਫੋਨ ਤੇ ਰੋਜ਼ ਗੱਲ ਹੋ ਜਾਂਦੀ ਰਹੀ। ਇੱਕ ਦਿਨ ਅਮਰੀਕਾ ਤੋਂ ਆਈ ਕਰਨ ਦੀ ਫੋਨ ਕਾਲ ਨੇ ਸਿਮਰਨਜੀਤ ਨੂੰ ਝੰਜੋੜ ਕੇ ਰੱਖ ਦਿੱਤਾ। ਕਰਨ ਕਹਿ ਰਿਹਾ ਸੀ, ਮਾਮ ਛੇਤੀ ਤੋਂ ਛੇਤੀ ਆ ਜਾਓ, ਪਾਪਾ ਠੀਕ ਨਹੀਂ। ਕੀ ਹੋਇਆ ਬੇਟਾ ਪਾਪਾ ਨੂੰ? ਤੂੰ ਰੋ ਕਿਉਂ ਰਿਹਾ? ਮੈਨੂੰ ਨਹੀਂ ਪਤਾ ਮੰਮਾ, ਤੁਸੀਂ ਛੇਤੀ ਤੋਂ ਛੇਤੀ ਆ ਕੇ ਆਪੇ ਵੇਖ ਲਿਓ। ਸਿਮਰਨਜੀਤ ਨੇ ਅਮਰੀਕਾ ਪਹੁੰਚ ਕੇ ਵੇਖਿਆ ਕਿ ਚਿੱਟੇ ਖੁੱਲ੍ਹੇ ਦਾੜੇ ਵਾਲਾ ਉਸਦਾ ਪਤੀ ਸਿਰ ਤੇ ਦੁੱਧ ਚਿੱਟੀ ਪੱਗ ਬੰਨੀ ਇੱਕ ਡੱਬੇ ਵਿੱਚ ਸ਼ਾਂਤ ਲੰਮਾ ਪਿਆ ਸੀ। ਉਸ ਨੂੰ ਵੇਖ ਕੇ ਉਹ ਤਾਂ ਜਿਵੇਂ ਪੱਥਰ ਹੀ ਹੋ ਗਈ। ਨੀਮ ਬੇਹੋਸ਼ੀ ਵਿੱਚ ਇੰਨਾ ਹੀ ਕਹਿ ਸਕੀ, ਸਰਦਾਰ ਜੀ ਤੁਸੀਂ ਕਦੋਂ ਤੋਂ ਪੀਰਾਂ ਫਕੀਰਾਂ ਦੀ ਤਸਵੀਰ ਵਾਂਗ ਲੱਗਣ ਲੱਗ ਪਏ। ਭਾਰਾ ਕੰਮ ਕਦੇ ਕੀਤਾ ਨਹੀਂ ਸੀ। ਖੇਤਾਂ ਵਿੱਚ ਕੰਮ ਕਰਦਿਆਂ ਵਿਰਦੀ ਸਾਹਿਬ ਨੂੰ ਦਿਲ ਦਾ ਦੌਰਾ ਪੈ ਗਿਆ। ਬੱਚਿਆਂ ਦੇ ਉਤਰੇ ਮੂੰਹ ਵੇਖ ਸਿਮੋਨ ਨੇ ਆਪਣੇ ਚਿਹਰੇ ਤੋਂ ਉਦਾਸੀ ਦੀ ਹਰ ਸ਼ਿਕਨ ਪੂੰਝ ਲਈ ਤੇ ਆਪ ਵੀ ਇੱਥੇ ਦੀ ਹੀ ਹੋ ਕੇ ਰਹਿ ਗਈ। ਮਿੰਨੀ ਨੂੰ ਇੰਡੀਆ ਇੱਕ ਕਾਲਜ ਦੇ ਹੋਸਟਲ ਵਿੱਚ ਪੜ੍ਹਨ ਲਈ ਭੇਜ ਦਿੱਤਾ ਗਿਆ। ਹੁਣ ਕਰਨ ਸਾਨ ਫਰਾਂਸਿਸਕੋ ਯੂਨੀਵਰਸਿਟੀ ਵਿੱਚ ਪੜ੍ਹਨ ਲੱਗਾ। ਸਿਮਰਨਜੀਤ ਆਪ ਅਮਰੀਕਾ ਦੀ ਜ਼ਿੰਦਗੀ ਨਾਲ ਜੂਝ ਰਹੀ ਸੀ। ਇਸ ਉਮਰ ਵਿੱਚ ਨੌਕਰੀ ਮਿਲਣੀ ਤਾਂ ਮੁਸ਼ਕਲ ਸੀ। ਉਹ ਜਿੱਥੇ ਵੀ ਅਪਲਾਈ ਕਰਦੀ ਓਵਰ ਕੁਆਲੀਫਾਈਡ ਕਹਿ ਕੇ ਮੋੜ ਦਿੱਤੀ ਜਾਂਦੀ। ਸਮਾਂ ਪਾ ਕੇ ਕਰਨ ਪੜ੍ਹ ਲਿਖ ਕੇ ਕੰਪਿਊਟਰ ਇੰਜੀਨੀਅਰ ਬਣ ਗਿਆ ਅਤੇ ਖੂਬਸੂਰਤ ਸਾਨ ਫਰਾਂਸਿਸਕੋ ਸ਼ਹਿਰ ਵਿੱਚ ਬਹੁਤ ਵਧੀਆ ਨੌਕਰੀ ਤੇ ਲੱਗ ਗਿਆ। ਸਿਮੋਨ ਖੁਸ਼ ਸੀ ਕਿ ਜ਼ਿੰਦਗੀ ਦੀ ਗੱਡੀ ਹੁਣ ਰਿੜ ਪਈ। ਇੱਧਰੋਂ ਪਤਾ ਕਰਕੇ ਉਸਨੇ ਵੀ ਅਰਲੀ ਚਾਈਲਡਹੁੱਡ ਦੀਆਂ ਕਲਾਸਾਂ ਲੈ ਕੇ ਕਿੰਡਰ ਕੇਅਰ ਨਾਂ ਦੇ ਇੱਕ ਪ੍ਰੀ ਸਕੂਲ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਪਹਿਲੇ ਦਿਨ ਸਕੂਲ ਦੇ ਨੰਨੇ ਮੁੰਨੇ ਬੱਚਿਆਂ ਨੇ ਤੋਤਲੀ ਆਵਾਜ਼ ਵਿੱਚ ਉਸਨੂੰ ਪੁੱਛਿਆ, ਵਾਟ ਇਜ਼ ਯੋਰ ਨੇਮ ਮਿਸ? ਉਸਨੇ ਬੜੇ ਪਿਆਰ ਨਾਲ ਕਿਹਾ, ਸਿਮਰਨਜੀਤ ਕੌਰ ਵਿਰਦੀ। ਪਰ ਉਸਦਾ ਦੱਸਿਆ ਨਾਂ ਬੱਚੇ ਉਚਾਰ ਨਾ ਸਕੇ ਤੇ ਉਸਨੂੰ ਮਿਸ ਸਿਮੋਨ ਕਹਿ ਕੇ ਬੁਲਾਉਣ ਲੱਗੇ। ਉਸ ਦਿਨ ਤੋਂ ਸਿਮਰਨਜੀਤ ਕੌਰ ਵਿਰਦੀ ਦਾ ਅਸਲੀ ਨਾਂ ਗੁਆਚ ਗਿਆ ਅਤੇ ਸਾਰਿਆਂ ਲਈ, ਆਪਣੇ ਆਪ ਲਈ ਵੀ ਉਹ ਮਿਸ ਸਿਮੋਨ ਬਣ ਗਈ। ਹੁਣ ਸੋਚਦੀ, ਅਮਰੀਕਾ ਨੇ ਉਸ ਤੋਂ ਪਹਿਲਾ ਦਾਨ ਉਸਦੇ ਪਤੀ ਦਾ ਲਿਆ, ਦੂਜਾ ਉਸਦੇ ਨਾਂ ਦਾ, ਆਪਣਿਆਂ ਦੀ ਅਪਣੱਤ ਦਾ ਅਤੇ ਹੁਣ ਤੰਦਰੁਸਤੀ ਵੀ ਦਾਅ ਤੇ ਲੱਗਦੀ ਦਿਸਦੀ ਸੀ। ਪਾਰਕਿੰਸਨ ਦਾ ਨਾਂ ਚੇਤੇ ਆਉਂਦਿਆਂ ਹੀ ਉਹ ਕੰਬ ਗਈ। ਉਸਦੇ ਹੱਥੋਂ ਚਾਂਦੀ ਦਾ ਗਲਾਸ ਛੁੱਟ ਕੇ ਠਾਹ ਕਰਕੇ ਫਰਸ਼ ਤੇ ਡਿੱਗਾ। ਉਸਦੀ ਬਿਰਤੀ ਟੁੱਟ ਗਈ। ਉਫ, ਮੈਂ ਬਹੁਤ ਨੈਗੇਟਿਵ ਹੋ ਗਈ ਹਾਂ। ਸਕੂਲ ਸਿਮੋਨ ਦੇ ਘਰ ਤੋਂ ਥੋੜ੍ਹੀ ਦੂਰ ਹੀ ਤਾਂ ਸੀ। ਸਾਹਮਣੇ ਉੱਚੇ ਪਹਾੜਾਂ ਦੀ ਖੂਬਸੂਰਤੀ ਵੇਖ ਆਨੰਦਿਤ ਹੁੰਦੀ, ਆਲੇ ਦੁਆਲੇ ਲੰਮੇ ਦਰਖਤਾਂ ਨੂੰ ਨਿਹਾਰਦੀ।
ਸਮੁੰਦਰ ਦੀਆਂ ਲਹਿਰਾਂ ਨੂੰ ਨੀਝ ਨਾਲ ਤੱਕਦੀ ਤੁਰਦੀ ਤੁਰਦੀ ਉਸਨੂੰ ਪਤਾ ਹੀ ਨਾ ਲੱਗਦਾ ਕਦੋਂ ਆਪਣੇ ਪ੍ਰੀ ਸਕੂਲ ਪਹੁੰਚ ਜਾਂਦੀ। ਉਹ ਮਹਿਸੂਸ ਕਰਦੀ ਇੱਕ ਛੋਟਾ ਜਿਹਾ ਰਾਹ ਵੀ ਉਸ ਲਈ ਇੱਕ ਸਾਧਨਾ ਹੀ ਸੀ, ਕੁਦਰਤ ਦੇ ਨੇੜੇ, ਕਾਦਰ ਦੇ ਨੇੜੇ। ਸਕੂਲ ਪਹੁੰਚਦੀ ਤਾਂ ਬੱਚਿਆਂ ਦੀਆਂ ਕਿਲਕਾਰੀਆਂ ਵਿੱਚ ਗੁਆਚ ਜਾਂਦੀ, ਉਹਨਾਂ ਨਾਲ ਖੇਡਦੀ ਬਿਲਕੁਲ ਬੱਚਾ ਬਣ ਜਾਂਦੀ। ਆਪਣੇ ਆਪ ਨਾਲ ਗੱਲਾਂ ਕਰਨ ਦੀ ਬਜਾਏ ਉਹ ਬੱਚਿਆਂ ਨਾਲ ਖੂਬ ਹੱਸਦੀ ਤੇ ਸਾਰਾ ਦਿਨ ਤੋਤਲੀਆਂ ਗੱਲਾਂ ਕਰਦੀ। ਘਰ ਆ ਕੇ ਉਹ ਰੱਜ ਕੇ ਸੌਂਦੀ। ਸਿਮੋਨ ਅਕਸਰ ਉਹਨਾਂ ਦਿਨਾਂ ਨੂੰ ਯਾਦ ਕਰਦੀ। ਕਿੰਨਾ ਹਸੀਨ ਸਮਾਂ ਸੀ ਉਹ। ਉਸਦੀਆਂ ਲੱਤਾਂ ਠਰਨ ਲੱਗੀਆਂ। ਰਾਤ ਵੀ ਕਾਫੀ ਹੋ ਚੁੱਕੀ ਸੀ। ਸਿਮੋਨ ਨੇ ਆਪਣੇ ਆਪ ਨੂੰ ਕਿਹਾ, ਚੱਲ ਉੱਠ ਸਿਮੋਨ, ਦਵਾਈ ਖਾ। ਤੈਨੂੰ ਕਿਸੇ ਨੇ ਗੋਲੀ ਲਿਆ ਕੇ ਹੱਥ ਵਿੱਚ ਨਹੀਂ ਫੜਾਉਣੀ। ਇਸ ਤੋਂ ਪਹਿਲਾਂ ਕਿ ਸਰੀਰ ਜਵਾਬ ਦੇ ਜਾਏ ਤੇ ਤੈਥੋਂ ਇੱਥੋਂ ਉੱਠ ਵੀ ਨਾ ਹੋਵੇ, ਉੱਠ ਕੇ ਦਵਾਈ ਖਾ ਲੈ ਸਿਮੋਨ। ਸੌਣ ਵਾਲਾ ਸੂਟ ਪਹਿਨ ਕੇ ਸਿਮੋਨ ਆਪਣੇ ਕਮਰੇ ਵੱਲ ਨੂੰ ਤੁਰ ਪਈ। ਰਾਹ ਵਿੱਚ ਪੈਂਦੇ ਇੱਕ ਕਮਰੇ ਕੋਲ ਜਾ ਕੇ ਉਸਦੇ ਪੈਰ ਠਿਠਕ ਗਏ। ਹਮੇਸ਼ਾ ਇਸੇ ਤਰ੍ਹਾਂ ਹੁੰਦਾ ਸੀ। ਇੱਕ ਹੌਂਕਾ ਉਸਦੇ ਅੰਦਰੋਂ ਨਿਕਲ ਕੇ ਉਸ ਕਮਰੇ ਦੀ ਅਲਮਾਰੀ ਤੇ ਜਾ ਬੈਠਾ। ਕਦੇ ਇਸ ਅਲਮਾਰੀ ਵਿੱਚ ਸਰਦਾਰ ਜੀ ਦੇ ਕੱਪੜੇ ਰੱਖੇ ਹੁੰਦੇ ਸਨ। ਜਦੋਂ ਵੀ ਦਿਲ ਉਦਾਸ ਹੁੰਦਾ, ਉਹ ਸਰਦਾਰ ਜੀ ਦੀ ਅਲਮਾਰੀ ਖੋਲ੍ਹ ਲੈਂਦੀ, ਉਹਨਾਂ ਦੀਆਂ ਡਾਇਰੀਆਂ ਫਰੋਲਦੀ, ਉਹਨਾਂ ਦੀਆਂ ਲਿਖਤਾਂ ਪੜ੍ਹਦੀ। ਲੱਗਦਾ ਸੀ ਸ਼ਾਇਦ ਉਹ ਉਸ ਲਈ ਕੋਈ ਸੁਨੇਹਾ ਛੱਡ ਗਏ ਹੋਣ। ਪਰ ਹੁਣ ਤਾਂ ਉਹ ਵੀ, ਚਲੋ ਉਹ ਜਾਣੇ। ਉਹਨਾਂ ਯਾਦਾਂ ਵਿੱਚ ਗੁਆਚੀ ਉਹ ਆਪਣੇ ਕਮਰੇ ਵੱਲ ਨੂੰ ਤੁਰ ਪਈ। ਕਰਨ, ਹਾਂ ਕਰਨ ਨੇ ਹੀ ਇੱਕ ਦਿਨ ਆ ਕੇ ਆਖਿਆ ਸੀ, ਮਾਮ ਹੁਣ ਤੁਸੀਂ ਪਾਪਾ ਦੀਆਂ ਚੀਜ਼ਾਂ ਰੱਖ ਕੇ ਕੀ ਕਰਨੀਆਂ ਨੇ? ਉਹਨਾਂ ਨੇ ਕਿਹੜਾ ਵਰਤਣ ਲਈ ਵਾਪਸ ਆਉਣਾ? ਮੈਂ ਅਲਮਾਰੀ ਵਿੱਚੋਂ ਪਾਪਾ ਦਾ ਸਮਾਨ ਕੱਢ ਕੇ ਗੈਰਾਜ ਵਿੱਚ ਰੱਖਣ ਲੱਗਾ ਹਾਂ। ਕਰਨ ਨੇ ਹੋਮ ਡਿਪੋ ਤੋਂ ਇੱਕ ਅਲਮਾਰੀ ਲਿਆਂਦੀ ਅਤੇ ਸਰਦਾਰ ਜੀ ਦਾ ਸਾਰਾ ਸਾਮਾਨ ਉਸ ਵਿੱਚ ਰੱਖ ਦਿੱਤਾ। ਇਸ ਕਲੋਜ਼ਟ ਵਿੱਚ ਉਸਦੀ ਪਤਨੀ ਦਾ ਵਾਧੂ ਸਮਾਨ ਆ ਗਿਆ। ਗੱਲ ਇੱਥੇ ਹੀ ਖਤਮ ਹੋ ਜਾਂਦੀ ਤਾਂ ਕੋਈ ਗੱਲ ਨਹੀਂ ਸੀ। ਇੱਕ ਦਿਨ ਉਸਨੇ ਗੁੱਡਵਿਲ ਵਾਲਿਆਂ ਨੂੰ ਬੁਲਾ ਕੇ ਸਾਰਾ ਸਮਾਨ ਚੁਕਵਾ ਦਿੱਤਾ। ਉਹ ਅਕਸਰ ਆਖਦਾ, ਮਾਮ ਇਹ ਫਜ਼ੂਲ ਦੀ ਭਾਵੁਕਤਾ 'ਚ ਕੀ ਰੱਖਿਆ? ਕਿਸੇ ਹੋਰ ਨੂੰ ਦੇ ਦਿਓ ਤਾਂ ਕਿ ਕਿਸੇ ਦੇ ਕੰਮ ਆ ਜਾਣ। ਉਸ ਵਿੱਚ ਇੰਨਾ ਮੂੰਹ ਬਣਾਉਣ ਦੀ ਕਿਹੜੀ ਗੱਲ ਹੈ? ਉਸ ਦਿਨ ਤੋਂ ਬਾਅਦ ਸਿਮੋਨ ਨੂੰ ਲੱਗਦਾ ਸੀ ਕਿ ਇਹ ਘਰ ਜੇ ਉਸਨੇ ਇੰਡੀਆ ਦੀ ਸਾਰੀ ਜਾਇਦਾਦ ਵੇਚ ਕੇ ਅਤੇ ਇੱਥੇ ਨਿੱਕੇ ਨਿੱਕੇ ਬੱਚਿਆਂ ਦੀਆਂ ਲਾੜਾਂ ਪੂੰਝਣ ਦੀ ਨੌਕਰੀ ਦੀ ਕਮਾਈ ਨਾਲ ਬਣਾਇਆ ਸੀ, ਹੁਣ ਉਸਦਾ ਨਹੀਂ ਰਿਹਾ। ਉਸਦੇ ਕੰਨਾਂ ਵਿੱਚ ਕਦੇ ਉਸਦੇ ਪੁੱਤਰ ਦੇ ਬੋਲ ਗੂੰਜ ਰਹੇ ਸਨ। ਪਾਪਾ ਦੇ ਸਮਾਨ ਨੇ ਖਾਮਖਾ ਥਾਂ ਰੋਕੀ ਹੋਈ ਸੀ। ਕਦੇ ਉਸਦੀ ਨੂੰਹ ਦੇ, ਤੁਸੀਂ ਮੇਰੇ ਮੌਮ ਥੋੜੇ ਹੋ। ਸਰਦਾਰ ਜੀ ਗਏ, ਮੇਰਾ ਨਾਂ ਗਿਆ। ਸਰਦਾਰ ਜੀ ਦੀ ਆਖਰੀ ਨਿਸ਼ਾਨੀ ਉਹਨਾਂ ਦਾ ਸਮਾਨ ਵੀ ਗਿਆ। ਰਿਸ਼ਤੇ ਵੀ ਝੂਠੇ ਹੋ ਗਏ ਤੇ ਕਰਨ, ਸੋਚਾਂ ਵਿੱਚ ਸਿਮੋਨ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਉਹ ਆਪਣੇ ਕਮਰੇ ਵਿੱਚ ਪਹੁੰਚ ਗਈ। ਅੱਧੀ ਰਾਤੀ ਉਹ ਹੜਬੜਾ ਕੇ ਉੱਠੀ। ਉਸਦੀਆਂ ਅੱਖਾਂ ਵਿੱਚ ਪਰਲ ਪਰਲ ਪਾਣੀ ਵਗ ਰਿਹਾ ਸੀ। ਹੁਣੇ ਸੁਪਨੇ ਵਿੱਚ ਉਹ ਕਰਨ ਨਾਲ ਗੱਲਾਂ ਕਰ ਰਹੀ ਸੀ। ਕਰਨ ਆਪਣੀ ਤਾਂ ਵੇਲ ਵੀ ਨਾ ਵਧੀ। ਇੰਨਾ ਵੱਡਾ ਘਰ ਤੇ ਘਰ ਵਿੱਚ ਇੱਕ ਵੀ ਕਿਲਕਾਰੀ ਨਾ ਗੂੰਜੀ। ਉਹ ਅਜੇ ਵੀ ਰੋ ਰਹੀ ਸੀ। ਕੋਲ ਪਏ ਟਿਸ਼ੂ ਬਾਕਸ ਵਿੱਚੋਂ ਉਸਨੇ ਟਿਸ਼ੂ ਪੇਪਰ ਲੈ ਕੇ ਆਪਣੀਆਂ ਅੱਖਾਂ ਸਾਫ਼ ਕੀਤੀਆਂ। ਡੌਰ ਭੌਰ ਜਿਹੀ ਹੋ ਕੇ ਕਮਰੇ ਵਿੱਚ ਝਾਤ ਮਾਰੀ ਕਿ ਕਿਧਰੇ ਨੂੰਹ ਪੁੱਤਰ ਨੇ ਕੁਝ ਸੁਣ ਨਾ ਲਿਆ ਹੋਵੇ, ਕਿ ਮਤਾਂ ਹੁਣੇ ਆ ਕੇ ਝਿੜਕਣ ਲੱਗ ਜਾਣ ਕਿ ਤੁਸੀਂ ਰਾਤ ਨੂੰ ਇਹ ਕੀ ਸ਼ੋਰ ਮਚਾਇਆ ਹੋਇਆ। ਉਹਨਾਂ ਤੋਂ ਡਰਦਿਆਂ ਪੋਤਰੇ ਪੋਤਰੀਆਂ ਨੂੰ ਖਿਡਾਉਣ ਦੀ ਖਾਹਿਸ਼ ਉਸਨੇ ਕਦੇ ਜ਼ੁਬਾਨ ਤੇ ਨਹੀਂ ਲਿਆਂਦੀ ਸੀ, ਪਰ ਅੱਜ ਇਹ ਸੁਪਨੇ ਵਿੱਚ ਕਿਵੇਂ ਹੋ ਗਿਆ? ਉਹ ਹੈਰਾਨ ਸੀ। ਕਰਨ ਪੁੱਤਰ, ਜੇ ਤੂੰ ਮੇਰੇ ਨਾਲ ਐਡੀ ਬੇਰੁਖੀ ਨਾ ਵਰਤਦਾ ਤਾਂ ਮੈਂ ਕਿਤੇ ਡਿੱਗਣ ਵਾਲੀ ਸੀ। ਕਿੰਨੇ ਖੁਸ਼ ਸਾਂ ਆਪਾਂ ਜਦੋਂ ਇੰਡੀਆ ਮਿੰਨੀ ਦਾ ਵਿਆਹ ਕਰਨ ਗਏ, ਤੈਨੂੰ ਵੀ ਵਿਆਹ ਲਿਆਏ ਸਾਂ। ਮੇਰੀ ਨੂੰਹ ਆਈ ਤਾਂ ਮੇਰੇ ਤਾਂ ਧਰਤੀ ਤੇ ਪੈਰ ਹੀ ਨਾ ਲੱਗਣ। ਮੈਂ ਇੱਕ ਮਾਂ ਵਾਂਗ ਉਸਨੂੰ ਅਮਰੀਕਾ ਰਹਿਣ ਦੇ ਤੌਰ ਤਰੀਕੇ ਸਿਖਾਉਂਦੀ, ਉਸਨੂੰ ਹਰ ਚੰਗੀ ਮਾੜੀ ਗੱਲ ਦੇ ਨਤੀਜੇ ਬਾਰੇ ਜਾਣੂ ਕਰਵਾਉਂਦੀ।
ਪਤਾ ਨਹੀਂ ਕਿਉਂ ਜੈਸਮੀਨ ਮੇਰੇ ਨਾਲ ਨਾਰਾਜ਼ ਰਹਿਣ ਲੱਗ ਪਈ। ਹੁਣ ਮੈਨੂੰ ਕਹਿੰਦੀ ਮੈਂ ਉਹਦੀ ਮਾਂ ਹੀ ਨਹੀਂ, ਪਰ ਉਹ ਜਾਣੇ। ਚਲੋ ਕੋਈ ਨਾ, ਮੇਰਾ ਕੀ ਹੈ, ਮੈਂ ਕਿੰਨੇ ਕੁ ਹੋਰ ਦਿਨ ਜੀਣਾ। ਖੁਸ਼ ਰਹੋ ਮੇਰੇ ਬੱਚਿਓ। ਜਦੋਂ ਤੋਂ ਕਰਨ ਨੇ ਵੀ ਆਪਣੀ ਪਤਨੀ ਦੇ ਪੱਖ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਦਿਨ ਤੋਂ ਸਿਮੋਨ ਚੁੱਪ ਹੋ ਗਈ। ਬਿਲਕੁਲ ਘੱਟ ਬੋਲਦੀ, ਗੁਰਬਾਣੀ ਸੁਣਦੀ, ਸਿਸਟਰ ਸ਼ਿਵਾਨੀ ਅਤੇ ਹੋਰ ਫਿਲਾਸਫਰਾਂ ਨੂੰ ਸੁਣਦੀ, ਜ਼ਿੰਦਗੀ ਦੇ ਮਾਇਨੇ ਲੱਭਣ ਦਾ ਯਤਨ ਕਰਦੀ, ਹਮੇਸ਼ਾ ਪੋਜ਼ਿਟਿਵ ਰਹਿਣ ਦੀ ਕੋਸ਼ਿਸ਼ ਕਰਦੀ, ਆਪਣੇ ਆਪ ਨਾਲ ਹੀ ਗੱਲਾਂ ਕਰਦੀ ਰਹਿੰਦੀ, ਆਪਣੇ ਆਪ ਨੂੰ ਸਮਝਾਉਂਦੀ ਰਹਿੰਦੀ। ਕਦੇ ਅਤੀਤ ਦੀਆਂ ਯਾਦਾਂ ਵਿੱਚ ਗੁਆਚ ਜਾਂਦੀ ਤੇ ਕਦੇ ਚੰਗੀ ਭਲੀ ਹੋ ਜਾਂਦੀ, ਕਦੇ ਅੰਦਰੋਂ ਹੌਸਲਾ ਜੋੜਦੀ, ਕਦੇ ਢਹਿ ਜਾਂਦੀ। ਬਿਸਤਰੇ ਵਿੱਚ ਪਈ ਸਿਮੋਨ ਨੂੰ ਠੰਡ ਜਿਹੀ ਮਹਿਸੂਸ ਹੋਈ। ਉਸਨੇ ਬਿਜਲੀ ਵਾਲੇ ਕੰਬਲ ਨੂੰ ਔਨ ਕੀਤਾ। ਉਸਦੀਆਂ ਲੱਤਾਂ ਜਵਾਬ ਦੇ ਰਹੀਆਂ ਸਨ ਤੇ ਹੱਥ ਝੂਠੇ ਪੈਂਦੇ ਜਾਂਦੇ ਸਨ। ਉਸਨੇ ਰਿਮੋਟ ਕੰਟਰੋਲ ਨਾਲ ਟੀਵੀ ਔਨ ਕੀਤਾ। ਬ੍ਰਹਮ ਕੁਮਾਰੀਆਂ ਚਿੱਟੀਆਂ ਸਾੜੀਆਂ ਪਾ ਕੇ ਪ੍ਰਵਚਨ ਕਰ ਰਹੀਆਂ ਸਨ। ਸਿਸਟਰ ਸ਼ਿਵਾਨੀ ਕਹਿ ਰਹੀ ਸੀ, ਤੁਸੀਂ ਕਿਸੇ ਨੂੰ ਇੰਨਾ ਅਧਿਕਾਰ ਹੀ ਕਿਉਂ ਦਿੰਦੇ ਹੋ ਕਿ ਉਹ ਤੁਹਾਡੇ ਮਨ ਦੇ ਸ਼ਾਂਤੀ ਕੁੰਡ ਵਿੱਚ ਪੱਥਰ ਮਾਰ ਕੇ ਹਲਚਲ ਮਚਾ ਦੇਵੇ। ਤੁਸੀਂ ਇੰਨੇ ਕਮਜ਼ੋਰ ਨਾ ਬਣੋ ਕਿ ਕਿਸੇ ਦੇ ਕਹੇ ਸ਼ਬਦ ਤੁਹਾਡੇ ਅੰਦਰ ਦੀ ਸ਼ਾਂਤੀ ਨੂੰ ਝੰਜੋੜ ਕੇ ਰੱਖ ਦੇਣ। ਤੁਹਾਡੇ ਅੰਦਰ ਦਾ ਸਕੂਨ ਤੁਹਾਡਾ ਆਪਣਾ ਹੈ, ਇਸ ਨੂੰ ਬਣਾ ਕੇ ਰੱਖੋ। ਸਿਮੋਨ ਨੇ ਅੱਖਾਂ ਪੂੰਝੀਆਂ, ਸਿਰ ਨੂੰ ਝਟਕਿਆ ਅਤੇ ਸੋਚਣ ਲੱਗੀ, ਇਹ ਅਸਤਿਤਵ ਤਾਂ ਇੱਕ ਯਾਤਰਾ ਹੈ। ਅਸੀਂ ਸਾਰਿਆਂ ਹੀ ਆਪਣਾ ਆਪਣਾ ਸਫ਼ਰ ਪੂਰਾ ਕਰਕੇ ਚਲੇ ਜਾਣਾ ਹੈ। ਇਸ ਤਰ੍ਹਾਂ ਰੋ ਧੋ ਕੇ ਤਾਂ ਗੁਜ਼ਾਰਾ ਨਹੀਂ ਹੋਣਾ ਨਾ। ਜਿਉਣਾ ਤਾਂ ਹੈ ਨਾ ਹੁਣ। ਬਿਨ ਮੌਤ ਮਰ ਤਾਂ ਨਹੀਂ ਹੁੰਦਾ ਨਾ। ਜੇ ਮੈਂ ਇਸੇ ਤਰ੍ਹਾਂ ਅਪਸੈਟ ਰਹੀ ਤਾਂ ਪਾਰਕਿੰਸਨ ਮੈਨੂੰ ਖਾ ਜਾਏਗੀ। ਮੇਰੇ ਮਨ ਦੇ ਨਾਲ ਨਾਲ ਮੇਰੇ ਸਰੀਰ 'ਤੇ ਵੀ ਮੇਰਾ ਕੰਟਰੋਲ ਨਹੀਂ ਰਹੇਗਾ। ਮੈਂ ਇਸ ਨੂੰ ਜਿੱਤਣ ਨਹੀਂ ਦਿਆਂਗੀ। ਮੈਂ ਬਿਨ ਮੌਤ ਨਹੀਂ ਮਰਾਂਗੀ। ਕੋਈ ਨਵੀਂ ਲਹਿਰ ਉਸਦੇ ਅੰਦਰ ਤੇਜ਼ੀ ਨਾਲ ਦੌੜ ਗਈ। ਉਸਨੇ ਦਵਾਈ ਲਈ ਜਾ ਕੇ ਆਪਣੀਆਂ ਚਾਈਲਡ ਡਿਵੈਲਪਮੈਂਟ ਸਾਈਕੋਲੋਜੀ ਵਾਲੀਆਂ ਕਿਤਾਬਾਂ ਚੁੱਕ ਲਿਆਂਦੀਆਂ ਅਤੇ ਕਾਲੀ ਕਾਲੀ ਵਰਕੇ ਪਲਟ ਕੇ ਵੇਖਣ ਲੱਗੀ। ਉਸਦੀ ਸੋਚ ਨੇ ਕਰਵਟ ਲਈ। ਆਪਣੇ ਆਪ ਨੂੰ ਝਿੜਕ ਕੇ ਕਹਿਣ ਲੱਗੀ, ਮੈਂ ਵੀ ਬਸ ਭੁੱਲ ਹੀ ਜਾਂਦੀ ਹਾਂ ਕਿ ਕੋਈ ਮੇਰੇ ਅੰਦਰ ਦੇ ਸਕੂਨ ਨੂੰ ਡੁਲਾ ਨਹੀਂ ਸਕਦਾ। ਜੇ ਮੇਰੀ ਕਿਸੇ ਨੂੰ ਪਰਵਾਹ ਨਹੀਂ ਤਾਂ ਅੱਜ ਤੋਂ ਮੈਨੂੰ ਵੀ ਕਿਸੇ ਦੀ ਪਰਵਾਹ ਨਹੀਂ। ਅੱਜ ਤੋਂ ਮੈਂ ਆਪਣੇ ਲਈ ਜੀਵਾਂਗੀ, ਸਿਰਫ ਆਪਣੇ ਲਈ। ਮਨ ਹੀ ਮਨ ਵਿੱਚ ਉਸਨੇ ਬ੍ਰਹਮਾ ਕੁਮਾਰੀਆਂ ਦੁਆਰਾ ਦਿੱਤੇ ਆਸ਼ਾਵਾਦੀ ਸੁਨੇਹੇ ਲਈ ਉਹਨਾਂ ਦਾ ਧੰਨਵਾਦ ਕੀਤਾ। ਹੁਣ ਚੈਨਲ 'ਤੇ ਸ਼ਬਦ ਕੀਰਤਨ ਚੱਲਣ ਲੱਗਾ। ਮਨ ਕਿਉਂ ਵੈਰਾਗ ਕਰੇ ਹੈ ਸਤਿਗੁਰ ਮੇਰਾ ਪੂਰਾ। ਸ਼ਬਦ ਸੁਣਦਿਆਂ ਕਦੋਂ ਉਸਨੂੰ ਝਪਕੀ ਜਿਹੀ ਆ ਗਈ, ਉਸਨੂੰ ਪਤਾ ਹੀ ਨਾ ਲੱਗਿਆ। ਅਗਲੇ ਦਿਨ ਸਵੇਰੇ ਉਹ ਇੱਕ ਨਵੇਂ ਹੁਲਾਸ ਨਾਲ ਉੱਠੀ। ਕਿੰਡਰ ਕੇਅਰ ਵਾਲੇ ਦਿਨ ਯਾਦ ਆ ਗਏ। ਮੈਂ ਫਿਰ ਸਕੂਲ ਜਾਵਾਂਗੀ, ਆਪਣੇ ਲਈ ਜੀਵਾਂਗੀ, ਕਮਜ਼ੋਰ ਨਹੀਂ ਹਾਂ ਮੈਂ। ਆਪਣੀ ਡਾਇਰੀ ਚੁੱਕ ਕੇ ਉਸਨੇ ਆਪਣੇ ਪੁਰਾਣੇ ਸਕੂਲ ਦੀ ਡਾਇਰੈਕਟਰ ਨੂੰ ਫੋਨ ਘੁਮਾਇਆ। ਦੂਰ ਪਹਾੜੀਆਂ ਤੋਂ ਉੱਗਦਾ ਸੂਰਜ ਹੌਲੀ ਹੌਲੀ ਉੱਪਰ ਉੱਠ ਰਿਹਾ ਸੀ।